ਹੈਲੋ ਫਰੈਂਡਸ, ਅੱਜ ਅਸੀਂ ਡਿਸਕਸ ਕਰਾਂਗੇ ਇੰਡੀਅਨ ਪੋਲਿਟੀ ਦੇ ਪਾਰਟ ਫਸਟ ਨੂੰ। ਇਹਦੇ ਵਿੱਚ ਅਸੀਂ ਦੇਖਾਂਗੇ ਸਭ ਤੋਂ ਫਸਟ ਕੌਂਸਟੀਟਿਊਸ਼ਨ ਡਿਵੈਲਪਮੈਂਟ ਦੇ ਬਾਰੇ। ਨੈਕਸਟ ਸਾਡੇ ਕੋਲ ਦੇਖਾਂਗੇ ਅਸੀਂ ਕਿ ਨੇਚਰ ਕਿਸ ਟਾਈਪ ਦਾ, ਸਾਡੇ ਕੋਲ ਸੋਰਸ ਆਫ ਕੌਂਸਟੀਟਿਊਸ਼ਨ। ਨੈਕਸਟ ਹੈਗਾ ਸਾਡੇ ਕੋਲ ਪ੍ਰੀਐਮਬਲ, ਪਾਰਟਸ ਐਂਡ ਸ਼ਡਿਊਲ ਆਫ ਕੌਂਸਟੀਟਿਊਸ਼ਨ। ਥਰਡ ਹੈਗਾ ਸਾਡੇ ਕੋਲ ਯੂਨੀਅਨ ਐਂਡ ਇਟਸ ਟੈਰੀਟਰੀ ਐਂਡ ਸਿਟੀਜ਼ਨਸ਼ਿਪ। ਨੈਕਸਟ ਫੋਰਥ ਪਾਰਟ ਵਿੱਚ ਅਸੀਂ ਦੇਖਾਂਗੇ ਫੰਡਾਮੈਂਟਲ ਰਾਈਟਸ ਐਂਡ ਡਿਊਟੀਜ਼। ਨੈਕਸਟ ਫਿਫਥ ਹੈਗਾ ਸਾਡੇ ਕੋਲ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀਜ਼, ਜਿਹਨੂੰ ਅਸੀਂ DPSP ਵੀ ਬੋਲਦੇ ਹਾਂ। ਨੈਕਸਟ ਹੈਗਾ ਸਾਡੇ ਕੋਲ ਯੂਨੀਅਨ ਐਗਜ਼ੀਕਿਊਟਿਵ। ਯੂਨੀਅਨ ਐਗਜ਼ੀਕਿਊਟਿਵ ਵਿੱਚ ਅਸੀਂ ਦੇਖਾਂਗੇ ਜੋ ਵੀ ਸੈਂਟਰ ਵਿੱਚ ਪੋਸਟਾਂ ਹੁੰਦੀਆਂ, ਯੂਨੀਅਨ ਦਾ ਮਤਲਬ ਹੁੰਦਾ ਸਾਡੇ ਕੋਲ ਸੈਂਟਰ, ਠੀਕ ਹੈ। ਨੈਕਸਟ ਹੈਗਾ ਸਾਡੇ ਕੋਲ ਪਾਰਲੀਮੈਂਟ। ਪਾਰਲੀਮੈਂਟ ਵਿੱਚ ਸਾਡੇ ਕੋਲ ਹੈਗਾ ਲੋਕ ਸਭਾ ਐਂਡ ਰਾਜ ਸਭਾ। ਨੈਕਸਟ ਹੈਗਾ ਸਾਡੇ ਕੋਲ ਸਟੇਟ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ, ਕਿ ਜਿਸ ਤਰੀਕੇ ਨਾਲ ਸਾਡੇ ਕੋਲ ਸੈਂਟਰ ਦੇ ਵਿੱਚ ਹੁੰਦਾ, ਠੀਕ ਹੈ, ਉਸੇ ਤਰੀਕੇ ਨਾਲ ਸੇਮ ਸਾਡੇ ਕੋਲ ਹੋਏਗਾ ਸਟੇਟ ਦੇ ਵਿੱਚ। ਨੈਕਸਟ ਹੈਗਾ ਸਾਡੇ ਕੋਲ ਜੁਡੀਸ਼ਰੀ। ਜੁਡੀਸ਼ਰੀ ਵਿੱਚ ਅਸੀਂ ਫਰਦਰ ਦੇਖਾਂਗੇ ਸਾਡੇ ਕੋਲ ਸੁਪਰੀਮ ਕੋਰਟ ਕਿਵੇਂ ਫਾਰਮ ਹੁੰਦਾ, ਨੈਕਸਟ ਹਾਈ ਕੋਰਟ, ਨੈਕਸਟ ਲੋਕਲ ਡਿਸਟ੍ਰਿਕਟ ਕੋਰਟਸ। ਨੈਕਸਟ ਹੈਗਾ ਸਾਡੇ ਕੋਲ ਲੋਕਲ ਸੈਲਫ ਗਵਰਨਮੈਂਟ। ਹਾਂਜੀ। ਨੈਕਸਟ ਹੈਗਾ ਸਾਡੇ ਕੋਲ ਐਮਰਜੈਂਸੀ ਪ੍ਰੋਵੀਜ਼ਨ ਆਫ ਅਮੈਂਡਮੈਂਟ ਆਫ ਦੀ ਕੌਂਸਟੀਟਿਊਸ਼ਨ। ਨੈਕਸਟ ਕੁਝ ਸਾਡੇ ਕੋਲ ਆਉਣਗੇ ਮਿਸਲੇਨੀਅਸ ਟੋਪਿਕ। ਹਾਂਜੀ, ਇਹ ਸਭ ਕੁਝ ਮੈਂ ਤੁਹਾਨੂੰ ਆਪਣੇ ਹੈਂਡ ਰਿਟਨ ਨੋਟਸ ਤੋਂ ਕਰਵਾ ਰਿਹਾ, ਠੀਕ ਹੈ। ਸਭ ਤੋਂ ਫਸਟ ਹੈਗਾ ਸਾਡੇ ਕੋਲ ਇੰਡੀਅਨ ਕੌਂਸਟੀਟਿਊਸ਼ਨ ਦੀ ਡਿਵੈਲਪਮੈਂਟ। ਮੀਨਸ ਕਿ ਜੋ ਵੀ ਸਾਡਾ ਇੰਡੀਆ ਦਾ ਕੌਂਸਟੀਟਿਊਸ਼ਨ ਹੈ ਉਹ ਕਿਸ ਤਰੀਕੇ ਨਾਲ ਡਿਵੈਲਪਮੈਂਟ ਹੋਇਆ, ਉਹਦੇ ਹੀ ਹਿਸਟੋਰੀਕਲ ਬੈਕਗਰਾਊਂਡ ਦੇਖਾਂਗੇ, ਠੀਕ ਹੈ। ਇਸ ਤਰੀਕੇ ਨਾਲ ਸਭ ਤੋਂ ਫਸਟ ਕਿ ਸਾਡੇ ਕੋਲ ਕੌਂਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਕੀ ਡਿਵੈਲਪਮੈਂਟ ਦੇ ਬਾਰੇ ਕਿ ਸਾਡੇ ਕੋਲ ਕੌਂਸਟੀਟਿਊਸ਼ਨ ਦਾ ਮਤਲਬ ਕੀ ਹੁੰਦਾ, ਮੇਨ ਸਾਡੇ ਕੋਲ ਸੈੱਟ ਆਫ ਰੂਲ, ਠੀਕ ਹੈ। ਕਿ ਕੋਈ ਵੀ ਸਾਡੇ ਕੋਲ ਕੰਟਰੀ ਹੈਗਾ ਉਹਦੇ ਹੀ ਰੂਲਸ ਨੂੰ ਕਿਸ ਤਰੀਕੇ ਨਾਲ ਸੈਟਅਪ ਕਰਨਾ। ਮੇਨ ਕੀ ਸਾਡੇ ਕੋਲ ਗੌਰਮੈਂਟ ਹੈਗੀ ਹੈ, ਗੌਰਮੈਂਟ ਦੇ ਅੱਗੇ ਕੀ ਹੈ ਸਾਡੇ ਕੋਲ 3 ਪਾਰਟਸ ਆਉਣਗੇ। ਸਭ ਤੋਂ ਫਸਟ ਕੀ ਸਾਡੇ ਕੋਲ ਲੈਜਿਸਲੇਚਰ। ਲੈਜਿਸਲੇਚਰ ਦੇ ਵਿੱਚ ਸਾਡੇ ਕੋਲ ਹੈਗਾ ਪਾਰਲੀਮੈਂਟ, ਠੀਕ ਹੈ। ਨੈਕਸਟ ਕੀ ਸਟੇਟ ਲੈਜਿਸਲੇਚਰ। ਸੇਮ ਅਸੀਂ ਸੈਕਿੰਡ ਦੇਖੀਏ, ਸੈਕਿੰਡ ਦੇ ਵਿੱਚ ਸਾਡੇ ਕੋਲ ਹੈਗਾ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਕੀ ਹੈ, ਜੋ ਸਾਡੇ ਕੋਲ ਕਿ ਜੋ ਸਾਡੇ ਉੱਪਰ ਜੋ ਲੈਜਿਸਲੇਚਰ ਨੇ ਸਾਡੇ ਉੱਪਰ ਰੂਲਸ ਬਣਾਏ ਹੈ ਜੋ, ਠੀਕ ਹੈ। ਲੋਕ ਸਭਾ ਅਤੇ ਰਾਜ ਸਭਾ ਵਿੱਚ ਜੋ ਰੂਲ ਬਣਾਏ ਉਹ ਇੰਪਲੀਮੈਂਟ ਕੌਣ ਕਰਵਾਏਗਾ, ਸਾਡੇ ਕੋਲ ਐਗਜ਼ੀਕਿਊਟਿਵ, ਠੀਕ ਹੈ। ਐਗਜ਼ੀਕਿਊਟਿਵ ਵਿੱਚ ਸਾਡੇ ਕੋਲ ਦੋ ਤਰੀਕੇ ਦੇ ਆਉਣਗੇ। ਫਸਟ ਹੈਗਾ ਸਾਡੇ ਕੋਲ ਟੈਂਪਰੇਰੀ ਪੋਸਟਸ ਆਉਣਗੀਆਂ, ਦੂਸਰੀ ਹੈਗੀ ਸਾਡੇ ਕੋਲ ਪਰਮਾਨੈਂਟ ਪੋਸਟਾਂ, ਠੀਕ ਹੈ। ਟੈਂਪਰੇਰੀ ਕੀ ਹੈ ਸਾਡੇ ਕੋਲ ਮਨਿਸਟਰਸ ਆਉਣਗੇ ਜੋ ਸਾਡੇ, ਠੀਕ ਹੈ। ਪਰਮਾਨੈਂਟ ਵਿੱਚ ਸਾਡੇ ਕੋਲ ਆਉਣਗੇ ਜੋ ਸਿਵਲ ਸਰਵੈਂਟਸ ਹੈਗੇ ਆ, ਠੀਕ ਹੈ। ਨੈਕਸਟ ਥਰਡ ਪਿਲਰ ਹੈਗਾ ਸਾਡੇ ਕੋਲ ਜੁਡੀਸ਼ਰੀ। ਮੀਨਸ ਕਿ ਜੋ ਸਾਡੇ ਕੋਲ ਲੈਜਿਸਲੇਚਰ ਨੇ ਲੋਜ਼ ਵਗੈਰਾ ਬਣਵਾਏ ਉਹ ਇੰਪਲੀਮੈਂਟ ਕਰਵਾਏ ਸਾਡੇ ਕੋਲ ਐਗਜ਼ੀਕਿਊਟਿਵ ਨੇ। ਐਗਜ਼ੀਕਿਊਟਿਵ ਤੋਂ ਬਾਅਦ ਉਹ ਦੇਖਣਾ ਕਿ ਉਹ ਕਿਸ ਤਰੀਕੇ ਨਾਲ ਅਪਲਾਈ ਹੋ ਰਿਹਾ, ਉਹ ਕੌਣ ਚੈੱਕ ਕਰੇਗੀ, ਸਾਡੀ ਜੁਡੀਸ਼ਰੀ ਚੈੱਕ ਕਰੇਗੀ, ਠੀਕ ਹੈ। ਜੁਡੀਸ਼ਰੀ ਵਿੱਚ ਕੀ ਹੈ ਸਾਡੇ ਕੋਲ ਮੇਨ ਸੁਪਰੀਮ ਕੋਰਟ ਆਏਗਾ, ਸਾਡਾ ਹਾਈ ਕੋਰਟ ਆਏਗਾ ਐਂਡ ਸਬ ਔਰਡੀਨੇਟ ਕੋਰਟ, ਠੀਕ ਹੈ। ਨੈਕਸਟ ਹੈਗਾ ਸਾਡੇ ਕੋਲ ਕਲਾਸੀਫਿਕੇਸ਼ਨ ਆਫ ਕੌਂਸਟੀਟਿਊਸ਼ਨ। ਹਾਂਜੀ, ਅਗਰ ਅਸੀਂ ਦੇਖੀਏ ਵਰਡ ਦੇ ਵਿੱਚ ਸਾਡੇ ਕੋਲ ਕੀ ਹੈ, ਜਾਂ ਤਾਂ ਉਹ ਰਿਟਨ ਫਾਰਮ ਵਿੱਚ ਆ ਸਕਦਾ ਜਾਂ ਉਹ ਅਨਰਿਟਨ ਫਾਰਮ ਵਿੱਚ ਆਏਗਾ। ਰਿਟਨ ਫਾਰਮ ਦੀ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਸਾਡੇ ਕੋਲ ਮੇਨ ਕੀ ਹੈ ਇੰਡੀਆ, ਠੀਕ ਹੈ। ਅਤੇ ਸੈਕਿੰਡ ਕੀ ਹੈ ਸਾਡੇ ਕੋਲ ਕੁਛ ਕੰਟਰੀਜ਼ ਹੈਗੀਆਂ ਜੋ ਕਿ ਆਪਣਾ ਅਨਰਿਟਨ ਫਾਰਮ ਵਿੱਚ ਰੱਖਦੀਆਂ। ਫੋਰ ਐਗਜ਼ਾਮਪਲ ਸਾਡੇ ਕੋਲ ਕੀ ਹੈ UK ਐਂਡ ਨਿਊਜ਼ੀਲੈਂਡ, ਜਿਨ੍ਹਾਂ ਦਾ ਕੌਂਸਟੀਟਿਊਸ਼ਨ ਕੀ ਹੈ ਸਾਡੇ ਕੋਲ ਅਨਰਿਟਨ ਫਾਰਮ ਵਿੱਚ ਆਏਗਾ, ਠੀਕ ਹੈ। ਹਾਂਜੀ। ਨੈਕਸਟ ਹੋਰ ਕਿਸ ਤਰੀਕੇ ਨਾਲ ਅਸੀਂ ਕਲਾਸੀਫਾਈ ਕਰ ਸਕਦੇ ਹਾਂ ਕਿ ਮੀਨਸ ਕਿ ਉਹ ਰਿਜਿਡ ਹੋ ਸਕਦਾ ਜਾਂ ਫਲੈਕਸੀਬਲ ਹੋ ਸਕਦਾ। ਰਿਜਿਡ ਦਾ ਮੇਨ ਕੀ ਹੈ ਸਾਡੇ ਕੋਲ ਕਿ ਅਗਰ ਅਸੀਂ ਕੋਈ ਵੀ ਲੋਅ ਵਗੈਰਾ ਬਣਾਇਆ, ਠੀਕ ਹੈ, ਉਹਨੂੰ ਅਸੀਂ ਡਾਇਰੈਕਟ ਕੀ ਹੈ ਇੰਪਲੀਮੈਂਟ ਕਰਵਾਵਾਂਗੇ ਜਨਤਾ ਦੇ ਉੱਪਰ, ਠੀਕ ਹੈ। ਲੇਕਿਨ ਫਲੈਕਸੀਬਲ ਦੇ ਵਿੱਚ ਕੀ ਹੈ ਕਿ ਅਗਰ ਅਸੀਂ ਕੋਈ ਲੋਅ ਵਗੈਰਾ ਬਣਾਇਆ, ਅਗਰ ਸਾਨੂੰ ਉਹਦੇ ਬਾਰੇ ਨਹੀਂ ਕੁਛ ਮੀਨਸ ਕਿ ਅਗਰ ਅਸੀਂ ਕੋਈ ਲੋਅ ਵਗੈਰਾ ਬਣਾਇਆ ਉਹ ਅਸੀਂ ਡਾਇਰੈਕਟ ਇੰਪਲੀਮੈਂਟ ਨਹੀਂ ਕਰਵਾ ਪਾ ਰਹੇ, ਠੀਕ ਹੈ। ਜਾਂ ਅਗਰ ਕੋਈ ਫਰਦਰ ਕਿ ਟਾਈਮ ਟੂ ਟਾਈਮ ਅਗਰ ਸਾਨੂੰ ਕੁਛ ਚੇਂਜਿਸ ਵਗੈਰਾ ਕਰਨੇ ਪੈਂਦੀਆਂ ਤਾਂ ਉਹਨੂੰ ਅਸੀਂ ਕਿਸ ਤਰੀਕੇ ਨਾਲ ਕਰਾਂਗੇ, ਅਮੈਂਡਮੈਂਟ ਦੇ ਨਾਲ ਚੇਂਜਿਸ ਕਰਾਂਗੇ, ਠੀਕ ਹੈ। ਉਹ ਸਾਡੇ ਕੋਲ ਕੀ ਹੈਗਾ ਫਲੈਕਸੀਬਲ ਆਏਗਾ। ਨੈਕਸਟ ਕੀ ਹੈ ਸਾਡੇ ਕੋਲ ਗੌਰਮੈਂਟ ਹੈਗੀ, ਜਾਂ ਕੀ ਉਹ ਸਾਡੇ ਕੋਲ ਯੂਨੀਅਨ ਗੌਰਮੈਂਟ ਹੈ ਜਾਂ ਫੈਡਰਲ ਗੌਰਮੈਂਟ ਹੈਗੀ, ਠੀਕ ਹੈ। ਯੂਨੀਅਨ ਗੌਰਮੈਂਟ ਅਸੀਂ ਕਿਹਨੂੰ ਬੋਲਦੇ ਹਾਂ ਕਿ ਜਿਵੇਂ ਸਾਡੇ ਕੋਲ ਕੀ ਹੈ ਸੈਂਟਰ ਹੈਗਾ, ਸੈਂਟਰ ਕੋਈ ਲੋਅ ਵਗੈਰਾ ਬਣਾਏਗੀ ਤਾਂ ਉਹਨੂੰ ਡਾਇਰੈਕਟ ਕੀ ਅਪਲਾਈ ਕਰੇਗੀ ਸਾਡੇ ਕੋਲ ਡਿਵੈਲਪਮੈਂਟ ਬੋਡੀਜ਼ ਦੇ ਉੱਪਰ, ਕਿ ਜੋ ਵੀ ਲੋਅ ਵਗੈਰਾ ਹੈਗਾ ਉਹ ਇੰਪਲੀਮੈਂਟ ਕਰੇਗੀ ਡਿਵੈਲਪਮੈਂਟ ਬੋਡੀਜ਼ ਦੇ ਉੱਪਰ। ਜਾਂ ਕੀ ਹੈ ਸੈਂਟਰਲ ਗੌਰਮੈਂਟ ਨੇ ਜੋ ਵੀ ਲੋਅ ਬਣਾਇਆ ਉਹ ਕੀ ਹੈ ਡਾਇਰੈਕਟ ਅਪਲਾਈ ਕਰੇਗੀ ਲੋਕਲ ਗੌਰਮੈਂਟ ਦੇ ਉੱਪਰ, ਠੀਕ ਹੈ। ਹਾਂਜੀ। ਨੈਕਸਟ ਅਗਰ ਅਸੀਂ ਫੈਡਰਲ ਗੌਰਮੈਂਟ ਦੀ ਗੱਲ ਕਰੀਏ, ਫੈਡਰਲ ਗੌਰਮੈਂਟ ਦੀ ਅਗਰ ਕੋਈ ਲਾਅ ਬਣਾਏਗੀ, ਠੀਕ ਹੈ, ਸੈਂਟਰ ਵਿੱਚ ਮੇਨ ਸਾਡੇ ਕੋਲ ਕੀ ਹੈ ਲੋਕ ਸਭਾ ਅਤੇ ਰਾਜ ਸਭਾ, ਉਹਦੇ ਵਿੱਚ ਜੋ ਰੂਲ ਵਗੈਰਾ ਬਣਨਗੇ, ਠੀਕ ਹੈ। ਸੈਂਟਰ ਕੀ ਹੈ ਇੰਪਲੀਮੈਂਟ ਕਰਵਾਏਗੀ ਸਟੇਟਸ ਦੇ ਉੱਪਰ। ਅੱਗੇ ਸਟੇਟਸ ਦੀ ਮਰਜ਼ੀ ਹੋਏਗੀ ਕਿ ਉਹਨੂੰ ਅਸੀਂ ਆਪਣੀ ਲੋਕਲ ਗੌਰਮੈਂਟ ਦੇ ਉੱਪਰ ਅਪਲਾਈ ਕਰਵਾਉਣਾ ਜਾਂ ਨਹੀਂ ਕਰਵਾਉਣਾ, ਠੀਕ ਹੈ। ਫੋਰ ਐਗਜ਼ਾਮਪਲ
ਜਿਵੇਂ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਹੈਗਾ ਸਾਡੇ ਕੋਲ ਟਰਾਈਬਲ ਏਰੀਆਜ਼ ਦੇ ਲਈ, ਠੀਕ ਹੈ, ਕਿ ਸੈਂਟਰ ਨੇ ਕੋਈ ਲੋ ਬਣਾਇਆ ਟਰਾਈਬਲਸ ਏਰੀਆ ਦੇ ਲਈ, ਅਤੇ ਉਹ ਕੀ ਸਟੇਟ ਆਪਣੇ ਹਿਸਾਬ ਨਾਲ ਉਹਨੂੰ ਚੇਂਜਿਸ ਕਰ ਸਕਦੀ ਹੈ ਆਪਣੀ ਲੋਕਲ ਪੋਪੂਲੇਸ਼ਨ ਦੇ ਹਿਸਾਬ ਨਾਲ, ਠੀਕ ਹੈ। ਮੀਨਸ ਕਿ ਸਾਡੇ ਕੋਲ ਮੇਨ ਕੰਟਰੀਬਿਊਸ਼ਨ ਕਿਹਦਾ ਆ ਗਿਆ, ਸਾਡਾ ਸਟੇਟ ਦਾ ਅਤੇ ਸੈਂਟਰ ਦੋਨਾਂ ਦਾ ਕੰਟਰੀਬਿਊਸ਼ਨ ਆਏਗਾ, ਠੀਕ ਹੈ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਕਿ ਪੋਲੀਟੀਕਲ ਸਿਸਟਮ ਜੋ ਹੈਗਾ ਇੰਡੀਆ ਦਾ ਉਹ ਕੀ ਹੈ, ਸਾਡੇ ਇੰਡੀਆ ਵਿੱਚ ਕੀ ਹੈ, ਡੈਮੋਕ੍ਰੇਸੀ ਹੈ, ਠੀਕ ਹੈ। ਮੇਨ ਵਰਡ ਕੀ ਹੈ ਸਾਡੇ ਕੋਲ, ਡੈਮੋ ਦਾ ਮਤਲਬ ਹੁੰਦਾ ਸਾਡੇ ਕੋਲ ਪੀਪਲਸ, ਠੀਕ ਹੈ, ਅਤੇ ਕ੍ਰੇਸੀ ਦਾ ਮਤਲਬ ਹੈ ਰੂਲ, ਠੀਕ ਹੈ, ਕਿ ਜੋ ਵੀ ਡੈਮੋਕ੍ਰੇਸੀ ਮੀਨਸ ਕਿ ਜਨਤਾ ਦੇ ਦੁਆਰਾ ਬਣਾਏ ਗਏ ਰੂਲਸ ਉਹੀ ਜਨਤਾ ਦੇ ਉੱਪਰ ਅਪਲਾਈ ਕਰਨਗੇ, ਠੀਕ ਹੈ, ਉਹਨੂੰ ਅਸੀਂ ਬੋਲਦੇ ਡੈਮੋਕ੍ਰੇਸੀ। ਹਾਂਜੀ, ਮੇਨ ਸਾਡੇ ਕੋਲ ਡੈਮੋਕ੍ਰੇਸੀ ਕੀ ਹੁੰਦੀ ਹੈ, ਹਾਂਜੀ, ਫਸਟ ਕੀ ਪ੍ਰੈਜ਼ੈਂਸ ਆਫ ਮੋਰ ਦੈਨ ਵਨ ਪੋਲੀਟੀਕਲ ਪਾਰਟੀਜ਼, ਕਿ ਅਗਰ ਇੱਕ ਤੋਂ ਜ਼ਿਆਦਾ ਪੋਲੀਟੀਕਲ ਪਾਰਟੀਜ਼ ਹੋਣਗੀਆਂ, ਠੀਕ ਹੈ, ਅਤੇ ਉਹ ਕੀ ਹੈ ਜ਼ਿਆਦਾ ਡੈਮੋਕ੍ਰੇਸੀ ਹੋਏਗੀ ਸਾਡੇ ਕੋਲ। ਨੈਕਸਟ ਕੀ ਹੈ, ਰੈਗੂਲਰ ਇਲੈਕਸ਼ਨਸ, ਵੈਸੇ ਵੀ ਤੁਸੀਂ ਦੇਖਿਆ ਹੋਏਗਾ ਇੰਡੀਆ ਵਿੱਚ ਆਏ ਦਿਨ ਕੋਈ ਨਾ ਕੋਈ ਇਲੈਕਸ਼ਨਸ ਹੁੰਦੇ ਹੀ ਰਹਿੰਦੇ ਆ, ਠੀਕ ਹੈ, ਮੀਨਸ ਕਿ ਡੈਮੋਕ੍ਰੇਸੀ ਨੂੰ ਰਿਪਰੈਜ਼ੈਂਟ ਕਰਦੇ ਕਿ ਹਰ ਇੱਕ ਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲ ਰਿਹਾ। ਨੈਕਸਟ ਕੀ ਸਾਡੇ ਕੋਲ ਰਾਈਟਸ ਐਂਡ ਲਿਬਰਟੀਜ਼ ਆਫ ਦੀ ਸਿਟੀਜ਼ਨਸ, ਠੀਕ ਹੈ, ਮੀਨਸ ਕਿ ਸਿਟੀਜ਼ਨਸ ਦੀ ਲਿਬਰਟੀਜ਼ ਅਤੇ ਰਾਈਟਸ ਨੂੰ ਮੱਦੇਨਜ਼ਰ ਰੱਖ ਕੇ ਕੋਈ ਵੀ ਰੂਲ ਵਗੈਰਾ ਬਣਾਇਆ ਜਾਏਗਾ, ਠੀਕ ਹੈ। ਨੈਕਸਟ ਕੀ ਸਾਡੇ ਕੋਲ ਮੈਜੋਰਿਟੀ ਰੂਲਸ ਵਿਦ ਰਿਸਪੈਕਟ ਆਫ ਮਾਈਨੋਰਿਟੀ ਰਾਈਟਸ, ਠੀਕ ਹੈ, ਕਿ ਮੀਨਸ ਕਿ ਮੈਜੋਰਿਟੀ ਨਾਲ ਜੋ ਵੀ ਸਾਡੇ ਕੋਲ ਰੂਲਸ ਬਣਾਇਆ ਗਿਆ ਉਹ ਮਾਈਨੋਰਿਟੀ ਨੂੰ ਨਾਲ ਲੈ ਕੇ ਚੱਲੇਗੀ ਮੈਜੋਰਿਟੀ, ਠੀਕ ਹੈ, ਉਹ ਸਾਡੇ ਕੋਲ ਆਏਗਾ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਕੌਂਸਟੀਟਿਊਸ਼ਨਲ ਗਵਰਨਮੈਂਟ, ਠੀਕ ਹੈ। ਨੈਕਸਟ ਹੈਗਾ ਸਾਡੇ ਕੋਲ ਫਰੀਡਮ ਆਫ ਪ੍ਰੈਸ। ਨੈਕਸਟ ਸਾਡੇ ਕੋਲ ਹੈਗਾ ਐਂਡ ਇੰਡੀਪੈਂਡੈਂਟ ਜੁਡੀਸ਼ਰੀ, ਮੀਨਸ ਕਿ ਜੁਡੀਸ਼ਰੀ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰੇਗੀ ਸਾਡੇ ਕੋਲ ਲੋਕ ਸਭਾ ਅਤੇ ਰਾਜ ਸਭਾ, ਠੀਕ ਹੈ, ਕਿ ਉਹ ਇੱਕ ਇੰਡੀਪੈਂਡੈਂਟ ਹੈਗੀ ਸਾਡੇ ਕੋਲ। ਹਾਂਜੀ, ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਪੋਲੀਟੀਕਲ ਸਿਸਟਮ ਇੰਡੀਆ ਦਾ, ਠੀਕ ਹੈ, ਕਿ ਡੈਮੋਕ੍ਰੇਸੀ ਆਏਗੀ, ਹੋਰ ਕੀ ਹੈ ਡੈਕਟੋਰਲਸ਼ਿਪ, ਠੀਕ ਹੈ। ਡੈਮੋਕ੍ਰੇਸੀ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਸਾਡੇ ਕੋਲ ਕਿ ਜੋ ਸਾਡੇ ਕੋਲ ਸੈਂਟਰ ਗੌਰਮੈਂਟ ਹੈਗੀ ਉਹਨੇ ਕੋਈ ਰੂਲ ਵਗੈਰਾ ਬਣਾਇਆ ਅਤੇ ਉਹ ਸਟੇਟ ਨਾਲ ਕੰਸਰਨ ਕਰਕੇ ਕੀ ਹੈ ਰੂਲਸ ਨੂੰ ਅਪਲਾਈ ਕਰਵਾਏਗੀ। ਨੈਕਸਟ ਅਸੀਂ ਡੈਕਟੋਰਲਸ਼ਿਪ ਵਿੱਚ ਦੇਖੀਏ ਕਿ ਜੋ ਵੀ ਸੈਂਟਰ ਨੇ ਅਗਰ ਰੂਲ ਵਗੈਰਾ ਬਣਾਇਆ, ਠੀਕ ਹੈ, ਉਹ ਡਾਇਰੈਕਟ ਹੀ ਜਨਤਾ ਦੇ ਉੱਪਰ ਅਪਲਾਈ ਕੀਤਾ ਜਾਏਗਾ, ਮੀਨਸ ਕਿ ਉਹਨਾਂ 'ਤੇ ਕੋਈ ਵੀ ਵਿਚਾਰ ਵਗੈਰਾ ਨਹੀਂ ਜਾਣੇ ਜਾਣਗੇ। ਹਾਂਜੀ, ਨੈਕਸਟ ਅਸੀਂ ਦੇਖਾਂਗੇ ਹਿਸਟੋਰੀਕਲ ਬੈਕਗਰਾਊਂਡ ਆਫ ਇੰਡੀਅਨ ਕੌਂਸਟੀਟਿਊਸ਼ਨ, ਠੀਕ ਹੈ, ਜਿਹਦੇ ਵਿੱਚ ਸਭ ਤੋਂ ਫਸਟ ਹੈਗਾ ਸਾਡੇ ਕੋਲ ਰੈਗੂਲੇਟਿੰਗ ਐਕਟ, ਜੋ ਕਦੋਂ ਆਇਆ ਸਾਡੇ ਕੋਲ 1773 ਦੇ ਵਿੱਚ ਆਇਆ ਸੀ, ਠੀਕ ਹੈ। ਮੀਨਸ ਕਿ ਜਦੋਂ ਇੰਡੀਅਨ ਕੌਂਸਟੀਟਿਊਸ਼ਨ ਫੋਰਮ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਬ੍ਰਿਟਿਸ਼ਰਸ ਆਏ ਸੀ ਇੰਡੀਆ ਦੇ ਵਿੱਚ, ਠੀਕ ਹੈ, ਤਾਂ ਉਹਨਾਂ ਕੋਲ ਜੋ ਵੀ ਰੈਵਨਿਊ ਵਗੈਰਾ ਜਨਰੇਟ ਹੋਇਆ ਸੀ, ਠੀਕ ਹੈ, ਹਾਂਜੀ, ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਘਪਲੇਬਾਜ਼ੀ ਸ਼ੁਰੂ ਹੋ ਗਈ ਸੀ, ਜਿਸ ਵਜ੍ਹਾ ਕਰਕੇ ਉਹਨਾਂ ਨੇ ਆਪਣੇ ਲਈ ਸਭ ਤੋਂ ਫਸਟ ਕੀ ਬਣਾਇਆ ਸੀ, ਅਦਾਲਤਾਂ ਵਗੈਰਾ ਬਣਾਈਆਂ ਸੀ, ਜਿਹਦੇ ਵਿੱਚ ਉਹਨਾਂ ਨੇ ਕੀ ਡਿਸਕਸ ਕੀਤਾ ਸੀ ਇਹਦੇ ਮੈਟਰ ਨੂੰ। ਹਾਂਜੀ, ਹਾਂਜੀ, ਇਹਦੇ ਵਿੱਚ ਫਸਟ ਕੀ ਸਾਡੇ ਕੋਲ ਦੀ ਸੁਪਰਵਿਜ਼ਨ ਆਫ ਬ੍ਰਿਟਿਸ਼ ਗੌਰਮੈਂਟ, ਮੀਨਸ ਕਿ ਇਹ ਕਿਹਦੇ ਸੁਪਰਵਿਜ਼ਨ ਵਿੱਚ ਆਏ, ਬ੍ਰਿਟਿਸ਼ ਗੌਰਮੈਂਟ ਦੇ ਸੁਪਰਵਿਜ਼ਨ ਵਿੱਚ ਆਏ। ਹਾਂਜੀ, ਕੀ ਹੋਇਆ ਖਾਸ ਇਹਦੇ ਵਿੱਚ ਅਸੀਂ ਮੇਨ ਪੁਆਇੰਟਸ ਨੂੰ ਹੀ ਸਿਰਫ ਦੇਖਾਂਗੇ। ਹਾਂਜੀ, ਗਵਰਨਰ ਜਨਰਲ ਆਫ ਬੰਗਾਲ ਟੂ ਬੀ ਦੀ ਗਵਰਨਰ ਜਨਰਲ ਆਫ ਇੰਡੀਆ। ਹਾਂਜੀ, ਮੀਨਸ ਕਿ ਜੋ ਸਾਡੇ ਕੋਲ ਗਵਰਨਰ ਜਨਰਲ ਹੈਗਾ ਹੈ ਬੰਗਾਲ ਦਾ, ਉਹ ਕੀ ਬਣ ਗਿਆ ਪੋਸਟ ਗਵਰਨਰ ਜਨਰਲ ਆਫ ਇੰਡੀਆ। ਹਾਂਜੀ, ਉਸ ਤੋਂ ਇਲਾਵਾ ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਇਨ ਕੈਲਕਟਾ, ਠੀਕ ਹੈ, ਜਿਹਨੂੰ ਹੈ ਅੱਜ ਕੋਲਕਾਤਾ ਕਹਿੰਦੇ ਆ। ਮੀਨਸ ਕਿ ਸਭ ਤੋਂ ਫਸਟ ਸਾਡਾ ਸੁਪਰੀਮ ਕੋਰਟ ਕਿੱਥੇ ਫਾਰਮ ਹੋਇਆ, ਕੈਲਕਟਾ ਦੇ ਵਿੱਚ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਸੈਕਿੰਡ ਵਾਲਾ ਪਿਟਸ ਐਕਟ, ਜੋ 1784 ਦੇ ਵਿੱਚ ਆਇਆ, ਠੀਕ ਹੈ। ਹਾਂਜੀ, ਪਿਟਸ ਐਕਟ ਵਿੱਚ ਮੇਨ ਕੀ ਹੈ ਸਾਡੇ ਕੋਲ ਚੀਜ਼ ਕਿ 6 ਮੈਂਬਰ ਸਾਡੇ ਕੋਲ ਬੋਰਡ ਹੈਗੀ ਹੀ ਹੈ, ਠੀਕ ਹੈ, 6 ਮੈਂਬਰ ਆਉਣਗੇ। ਨੈਕਸਟ ਮੋਸਟ ਇੰਪੋਰਟੈਂਟ ਵਾਲਾ ਹੈਗਾ ਸਾਡੇ ਕੋਲ ਚਾਰਟਰਡ ਐਕਟ, ਠੀਕ ਹੈ। ਚਾਰਟਰਡ ਐਕਟ ਸਾਡੇ ਕੋਲ 4 ਹੈ, ਜਿਹੜਾ ਫਸਟ ਹੈ 1813 ਦੇ ਵਿੱਚ, ਨੈਕਸਟ 1833 ਦੇ ਵਿੱਚ, ਨੈਕਸਟ 1853 ਦੇ ਵਿੱਚ, ਐਂਡ ਫੋਰਥ ਵਾਲਾ ਸਾਡੇ ਕੋਲ 1858 ਦੇ ਵਿੱਚ। ਇਹਨੂੰ ਅਸੀਂ ਇੰਪੋਰਟੈਂਟ ਮਾਰਕ ਕਿਉਂ ਕੀਤਾ ਹੋਇਆ, ਹਾਂਜੀ, ਤੁਹਾਨੂੰ ਯਾਦ ਹੋਏਗਾ 1857 ਦੇ ਵਿੱਚ ਸਾਡੇ ਕੋਲ ਕੀ ਹੋਇਆ ਸੀ, ਰਿਵੋਲਟ ਹੋਇਆ ਹੈ, ਠੀਕ ਹੈ, ਜਿਹਨੂੰ ਅਸੀਂ ਆਜ਼ਾਦੀ ਦੀ ਪਹਿਲੀ ਕ੍ਰਾਂਤੀ ਵੀ ਬੋਲਦੇ ਹਾਂ। ਹਾਂਜੀ, ਇਹ 1857 ਦੇ ਵਿੱਚ ਸਾਡੇ ਕੋਲ ਰਿਵੋਲਟ ਹੋਇਆ, ਜਿਸ ਵਜ੍ਹਾ ਕਰਕੇ ਕੁਛ ਨਿਊ ਰਿਫੋਰਮਸ ਆਏ ਸਾਡੇ ਇੰਡੀਆ ਦੇ ਵਿੱਚ, ਜੋ ਕਿ ਅਸੀਂ ਇੰਪਲੀਮੈਂਟ ਕੀਤੇ 1858 ਦੇ ਵਿੱਚ। ਹਾਂਜੀ, ਹਾਂਜੀ, ਕਿ ਜੋ ਕੀ ਹੈ ਸਾਡੇ ਕੋਲ ਕਿ ਈਸਟ ਇੰਡੀਆ ਕੰਪਨੀ ਤੋਂ ਜੋ ਵੀ ਪਾਵਰਸ ਹੈਗੀਆਂ ਸੀ, ਈਸਟ ਇੰਡੀਆ ਕੰਪਨੀ ਨੂੰ ਕੀ ਅਬੋਲਿਸ਼ ਕਰ ਦਿੱਤਾ ਗਿਆ, ਠੀਕ ਹੈ, ਅਤੇ ਉਹਦੀਆਂ ਪਾਵਰਸ ਜਿਹੜੀਆਂ ਡਾਇਰੈਕਟ ਟਰਾਂਸਫਰ ਕਰ ਦਿੱਤੀਆਂ ਬ੍ਰਿਟਿਸ਼ ਕਰਾਊਨ ਦੇ ਵਿੱਚ। ਮੀਨਸ ਕਿ ਜੋ ਰਾਣੀ ਹੈਗੀ ਉਹ ਡਾਇਰੈਕਟ ਰੂਲ ਕਰਨ ਲੱਗ ਪਈ ਇੰਡੀਆ ਦੇ ਉੱਪਰ। ਹਾਂਜੀ, ਪੋਸਟ ਆਫ ਜਿਹੜੀ ਸਾਡੇ ਕੋਲ ਹੈਗੀ ਗਵਰਨਰ ਜਨਰਲ ਆਫ ਇੰਡੀਆ, ਉਹਦਾ ਰੀਨੇਮ ਕਰਕੇ ਕੀ ਕਰ ਦਿੱਤਾ ਵਾਇਸਰੋਏ ਆਫ ਇੰਡੀਆ, ਠੀਕ ਹੈ। ਇਹਨੂੰ ਯਾਦ ਰੱਖੋ ਕਿ ਵਾਇਸਰੋਏ ਦੀ ਪੋਸਟ ਕਦੋਂ ਆਈ,
1858 ਦੇ ਵਿੱਚ, ਠੀਕ ਹੈ, ਜਦੋਂ ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕੀਤਾ ਗਿਆ ਹੈ, ਠੀਕ ਹੈ। ਹਾਂਜੀ, ਉਹਨੂੰ ਹੀ 1857 ਵਾਲਾ ਰਿਪੋਰਟ ਜਿਹੜਾ ਹੈਗਾ ਉਹਨੂੰ ਅਸੀਂ ਡਿਸਕਸ ਕਰਾਂਗੇ ਫਰਦਰ ਹਿਸਟਰੀ ਦੇ ਪਾਰਟ ਦੇ ਵਿੱਚ, ਠੀਕ ਹੈ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਇੰਡੀਆ ਕੌਂਸਲ ਐਕਟ 1909 ਦੇ ਵਿੱਚ, ਜਿਹਨੂੰ ਅਸੀਂ ਮੋਸਟ ਕਾਮਨਲੀ ਜਾਣਦੇ ਹਾਂ ਮੋਰਲੇ ਮਿੰਟੋ ਰਿਫੋਰਮਸ ਦੇ ਨਾਲ, ਠੀਕ ਹੈ। ਮੇਨ ਕੀ ਸਾਡੇ ਕੋਲ ਜਾਣਨ ਦੇ ਵਿੱਚ ਜ਼ਰੂਰੀ ਹੈ, ਮੋਰਲੇ ਵਾਸ ਦੀ ਸੈਕਟਰੀ ਆਫ ਦੀ ਸਟੇਟ ਹੀ ਸਾਡੇ ਕੋਲ, ਅਤੇ ਮਿੰਟੋ ਕੀ ਸਾਡੇ ਕੋਲ ਵਾਇਸਰੋਏ ਆਫ ਇੰਡੀਆ, ਠੀਕ ਹੈ। ਹਾਂਜੀ, ਇਸ ਤੋਂ ਪਹਿਲਾਂ ਕੀ ਸਾਡੇ ਕੋਲ ਕਿ 1905 ਦੇ ਵਿੱਚ ਸਾਡੇ ਕੋਲ ਕੀ ਹੈ ਬੰਗਾਲ ਦੀ ਪਾਰਟੀਸ਼ਨ ਹੋਈ ਸੀ, ਠੀਕ ਹੈ। ਜਦੋਂ ਅਸੀਂ 1911 ਦੇ ਵਿੱਚ ਸਾਡੇ ਕੋਲ 1911 ਦੇ ਵਿੱਚ ਕੀ ਫਰਦਰ ਉਹਨੂੰ ਮਰਜ ਕੀਤਾ ਗਿਆ ਇੰਡੀਆ ਦੇ ਵਿੱਚ, ਠੀਕ ਹੈ। ਜਦੋਂ ਜੋਰਜ ਸ਼ਿਫਟ ਆਇਆ ਸੀ ਅਤੇ ਅਸੀਂ ਆਪਣੀ ਕੈਪੀਟਲ ਕਲਕੱਤਾ ਤੋਂ ਕਿੱਥੇ ਸ਼ਿਫਟ ਕੀਤੀ, ਦਿੱਲੀ ਦੇ ਵਿੱਚ ਕੀਤੀ ਸ਼ਿਫਟ, ਠੀਕ ਹੈ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਮੌਂਟੇਗ ਚੈਮਸਫੋਰਡ ਰਿਪੋਰਟ ਜਿਹਨੂੰ ਅਸੀਂ ਬੋਲਦੇ ਹਾਂ, ਠੀਕ ਹੈ, ਜੋ ਅਸੀਂ ਮੌਂਟੇਗ ਚੈਮਸਫੋਰਡ ਐਕਟ ਵੀ ਬੋਲਦੇ ਹਾਂ, ਜੋ ਹੈ ਇਹ 1919 ਦੇ ਵਿੱਚ, ਠੀਕ ਹੈ। ਇਹ ਕਿਉਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ 1919 ਦੇ ਵਿੱਚ ਸਾਡੇ ਕੋਲ ਕੀ ਹੋਇਆ ਸੀ, ਜਲਿਆਂਵਾਲੇ ਬਾਗ ਦਾ ਸਾਡੇ ਕੋਲ ਮੈਸਕਰੀ ਹੋਈ ਸਾਡੇ ਕੋਲ, ਠੀਕ ਹੈ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ, ਹਾਂਜੀ, ਇੱਦਾਂ ਅਸੀਂ ਦੇਖੀਏ ਮੌਂਟੇਗ ਚੈਮਸਫੋਰਡ ਐਕਟ ਦੇ ਵਿੱਚ ਕੀ ਸਾਡੇ ਕੋਲ ਕਿ ਜੋ ਸਾਡੇ ਕੋਲ ਮਿਸਟਰ E.S. ਮੌਂਟੇਗ ਹੀ ਹੈ ਕਿ ਸਾਡੇ ਕੋਲ ਸੈਕਟਰੀ ਆਫ ਦੀ ਸਟੇਟ, ਠੀਕ ਹੈ। ਜੋ ਸਾਡੇ ਕੋਲ ਗਵਰਨਰ ਜਨਰਲ ਹੈਗਾ ਜੋ ਹੈਗਾ ਉਹ ਹੈਗਾ ਸਾਡੇ ਕੋਲ ਲੋਰਡ ਚੈਮਸਫੋਰਡ, ਠੀਕ ਹੈ। ਹਾਂਜੀ, ਇਹ ਯਾਦ ਰੱਖਣੀ ਕਰਨਾ ਸਾਡੇ ਕੋਲ, ਜਿਹਦੇ ਵਿੱਚ ਮੇਨ ਅਸੀਂ ਦੇਖੀਏ ਕਿ ਜੋ ਐਡਮਿਨਿਸਟ੍ਰੇਸ਼ਨ ਹੈਗੀ ਹੈ ਦੋ ਭਾਗਾਂ ਵਿੱਚ ਡਿਵਾਈਡ ਕੀਤੀ ਗਈ। ਫਸਟ ਹੈਗਾ ਸਾਡੇ ਕੋਲ ਸੈਂਟਰਲ, ਦੂਸਰੀ ਹੈਗੀ ਸਾਡੇ ਕੋਲ ਪ੍ਰੋਵਿੰਸ਼ੀਅਲ, ਠੀਕ ਹੈ। ਹਾਂਜੀ, ਮੋਸਟ ਫੇਮਸ ਸਾਡੇ ਕੋਲ ਆਏਗਾ ਸਾਈਮਨ ਕਮਿਸ਼ਨ, ਠੀਕ ਹੈ। ਹਾਂਜੀ, ਜ਼ਿਆਦਾ ਯਾਦ ਰੱਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ ਸਾਡੇ ਕੋਲ ਸਰ ਜੌਨ ਸਾਈਮਨ ਲੈ ਕੇ ਆਏ, ਠੀਕ ਹੈ। ਪਾਸ ਕਦੋਂ ਹੋਇਆ ਇਹ 1927 ਦੇ ਵਿੱਚ, ਠੀਕ ਹੈ। ਇਹ ਪਾਸ ਯਾਦ ਰੱਖਣਾ, ਇਹ ਲੰਡਨ ਦੇ ਵਿੱਚ ਹੋਇਆ, ਕਾਫੀ ਵਾਰੀ ਕੁਐਸਚਨਸ ਆਇਆ ਹੋਇਆ ਸਾਡੇ ਪ੍ਰੀਵੀਅਸ ਈਅਰ ਐਗਜ਼ਾਮੀਨੇਸ਼ਨ ਦੇ ਵਿੱਚ, ਠੀਕ ਹੈ। ਪਾਸ ਹੋਇਆ ਸਾਡੇ ਕੋਲ 1927 ਦੇ ਵਿੱਚ, ਠੀਕ ਹੈ, ਬ੍ਰਿਟਿਸ਼ਰਸ ਨੇ ਪਾਸ ਕੀਤਾ। ਹਾਂਜੀ, ਇਨਕੁਆਇਰ ਕੀ ਕਰਨਾ ਇਹਨੇ, ਜੋ ਕਮੇਟੀ ਹੈ ਸਾਡੇ ਕੋਲ 1919 ਦੇ ਵਿੱਚ ਜਿਹੜਾ ਹੋਇਆ ਸਾਡੇ ਕੋਲ ਜਲਿਆਂਵਾਲਾ ਬਾਗ ਦੀ ਮੈਸਕਰੀ, ਉਹਦੀ ਰਿਪੋਰਟ ਪੇਸ਼ ਕਰਨੀ, ਠੀਕ ਹੈ। ਪਰ ਇੰਡੀਆ ਕਦੋਂ ਆਇਆ ਸੀ 1928 ਦੇ ਵਿੱਚ ਹੈ ਇੰਡੀਆ ਪੁੱਜਿਆ ਹੈ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਹੈ, 27 ਨੂੰ ਹੈ ਕਿ ਪਾਸ ਹੋਇਆ ਅਤੇ 28 ਨੂੰ ਕੀ ਹੈ ਇੰਡੀਆ ਵਿੱਚ ਆਇਆ, ਠੀਕ ਹੈ। ਹਾਂਜੀ, ਅਤੇ ਇਹਦੇ ਵਿੱਚ ਕੀ ਹੈ ਸਾਡੇ ਕੋਲ, ਹਾਂਜੀ, ਕਿ ਜੋ ਲਾਲਾ ਲਾਜਪਤ ਰਾਏ ਜੀ ਨੇ ਜੋ ਰਿਵੋਲਟ ਦੇ ਪ੍ਰਤੀ ਰਿਵੋਲਟ ਕੀਤਾ ਸੀ ਇਹਦੇ ਖਿਲਾਫ, ਸਾਈਮਨ ਕਮਿਸ਼ਨ ਦੇ ਸਾਈਮਨ ਗੋ ਬੈਕ ਦੇ ਨਾਅਰੇ ਲਗਾਏ, ਠੀਕ ਹੈ, ਲਾਹੌਰ ਦੇ ਵਿੱਚ, ਜਿਸ ਵਜ੍ਹਾ ਕਰਕੇ ਲਾਠੀਆਂ ਦੇ ਕਰਕੇ ਉਹਨਾਂ ਦੀ ਡੈਥ ਹੋਈ, ਠੀਕ ਹੈ। ਉਹ ਸਾਈਮਨ ਕਮਿਸ਼ਨ ਸਾਡੇ ਕੋਲ ਇਹੀ ਹੈਗਾ, ਠੀਕ ਹੈ। ਅਤੇ ਇੰਡੀਆ ਕਦੋਂ ਹੈ 1928 ਦੇ ਵਿੱਚ, ਇਹ ਚੀਜ਼ ਯਾਦ ਰੱਖਿਓ। ਹਾਂਜੀ, ਨੈਕਸਟ ਹੈਗਾ ਹੋਰ ਕੁਛ ਇੰਪੋਰਟੈਂਟ ਹੋਈ ਹੈ ਸਾਡੇ ਕੋਲ, ਨੈਕਸਟ ਕੀ ਸਾਡੇ ਕੋਲ ਗੌਰਮੈਂਟ ਆਫ ਇੰਡੀਆ ਐਕਟ 1935 ਆਇਆ ਹੈ, ਠੀਕ ਹੈ। ਇਸ ਤੋਂ ਪਹਿਲਾਂ ਕੁਛ ਸਾਡੇ ਕੋਲ ਯਾਦ ਰੱਖਣ ਵਾਲੀ ਗੱਲ ਹੈਗੀ ਹੈ, ਇਹ ਹੀ ਸਾਰਾ ਪੋਲਿਟੀ ਦੇ ਅਕੋਰਡਿੰਗ ਹੀ ਦੇਖ ਰਹੇ ਹਾਂ। ਹਾਂਜੀ, 1922 ਤੋਂ 1923 ਦੇ ਵਿੱਚ ਕੀ ਹੈ ਸਾਡੇ ਕੋਲ ਇੱਕ ਸਵਰਾਜ ਪਾਰਟੀ ਜਨਰੇਟ ਹੋਈ ਹੈ, ਠੀਕ ਹੈ, ਜੋ ਕਿਹਨਾਂ ਨੇ ਕ੍ਰੀਏਟ ਕੀਤੀ, ਮੋਤੀ ਲਾਲ ਨਹਿਰੂ ਐਂਡ C.R. ਦਾਸ ਨੇ, ਠੀਕ ਹੈ। ਮੋਤੀ ਲਾਲ ਨਹਿਰੂ ਕੌਣ ਸੀ ਸਾਡੇ ਕੋਲ, ਜਵਾਹਰ ਲਾਲ ਨਹਿਰੂ ਦੇ ਫਾਦਰ, ਠੀਕ ਹੈ। ਇੱਕ ਸਾਡੇ ਕੋਲ ਆਉਂਦੀ ਹੈ ਨਹਿਰੂ ਰਿਪੋਰਟ, ਉਹ ਕਿਹਨਾਂ ਦੀ ਹੈ ਸਾਡੇ ਕੋਲ ਮੋਤੀ ਲਾਲ ਨਹਿਰੂ ਦੀ ਹੈ, ਜਵਾਹਰ ਲਾਲ ਨਹਿਰੂ ਨਾਲ ਟਿਕ ਲਗਾ ਕੇ ਆਇਓ, ਠੀਕ ਹੈ। ਇਹ ਚੀਜ਼ ਯਾਦ ਰੱਖਿਓ। ਹਾਂਜੀ, ਹਾਂਜੀ, 1935 ਤੋਂ ਪਹਿਲਾਂ ਇੱਕ ਹੋਰ ਸਾਡੇ ਕੋਲ ਚੀਜ਼ ਹੋਈ ਹੈ 1934 ਨੂੰ M.N. ਰੋਏ ਇੱਕ ਸਾਡੇ ਕੋਲ ਪਰਸਨੈਲਿਟੀ ਹੈਗੀ ਹੈ, ਠੀਕ ਹੈ, ਜਿਹਨੇ ਫਸਟ ਟਾਈਮ ਕੀ ਹੈ ਓਪੀਨੀਅਨ ਦਿੱਤਾ ਹੈ ਕੌਨਸਟੀਟਿਊਸ਼ਨ ਦਾ, ਠੀਕ ਹੈ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ ਗੌਰਮੈਂਟ ਆਫ ਇੰਡੀਆ ਐਕਟ 1935। ਹਾਂਜੀ, ਫਸਟ ਟਾਈਮ ਕੀ ਹੈ ਸਾਡੇ ਕੋਲ ਟੇਕਿੰਗ ਦੀ ਪ੍ਰੋਵੀਜ਼ਨ ਐਂਡ ਇੰਡੀਆ ਸਟੇਟਸ, ਠੀਕ ਹੈ। ਹਾਂਜੀ, ਫਸਟ ਟਾਈਮ ਮੀਨਸ ਮੰਗ ਹੋਈ ਸਾਡੇ ਕੋਲ 1935 ਦੇ ਵਿੱਚ। ਹਾਂਜੀ, ਨੈਕਸਟ ਹੈਗਾ ਸਾਡੇ ਕੋਲ 1935 ਨੂੰ ਹੋਰ ਕਿੱਦਾਂ ਯਾਦ ਰੱਖਣਾ ਕਿ ਫੋਰਮੇਸ਼ਨ ਆਫ RBI ਵੀ ਸਾਡਾ 1935 ਨੂੰ ਹੋਇਆ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ 1938 ਦੇ ਵਿੱਚ ਸਾਡੇ ਕੋਲ ਹੈਗਾ, ਹਾਂਜੀ, ਜਵਾਹਰ ਲਾਲ ਨਹਿਰੂ ਹੈਗੇ ਪਰਸਨੈਲਿਟੀ ਜਿਹਨਾਂ ਨੇ ਰਿਟਨ ਵਿੱਚ ਪਰਮਿਸ਼ਨ ਮੰਗੀ ਸੀ ਇੰਡੀਅਨ ਕੌਨਸਟੀਟਿਊਸ਼ਨ ਨੂੰ ਫੋਰਮ ਕਰਨ ਦੇ ਲਈ, ਠੀਕ ਹੈ। ਨੈਕਸਟ ਹੈਗਾ ਸਾਡੇ ਕੋਲ 1940 ਦੇ ਵਿੱਚ ਅਗਸਤ ਆਫਰ ਆਏਗਾ, ਠੀਕ ਹੈ। 1942 ਦੇ ਵਿੱਚ ਸਾਡੇ ਕੋਲ ਇਹ ਕ੍ਰਿਪਸ ਮਿਸ਼ਨ, ਹਾਂਜੀ, ਇਹ ਚੀਜ਼ ਯਾਦ ਰੱਖਣੀ ਹੈ। ਇਹ ਸਾਰੇ ਆਫਰ ਵਗੈਰਾ ਜਾਂ ਕ੍ਰਿਪਸ ਮਿਸ਼ਨ ਕਿਉਂ ਆਏ ਸੀ, ਇਹਦਾ ਰੀਜ਼ਨ ਮੇਨ ਕੀ ਹੈ ਸਾਡੇ ਕੋਲ ਇਹ ਜੋ ਅਸੀਂ ਲਿਖਿਆ ਹੋਇਆ 1939 ਤੋਂ ਲੈ ਕੇ 1945 ਤੱਕ ਕੀ ਚੱਲ ਰਹੀ ਸਾਡੇ ਕੋਲ ਸੈਕਿੰਡ ਵਰਲਡ ਵਾਰ, ਜਰਮਨੀ ਅਤੇ ਬ੍ਰਿਟਿਸ਼ਰਸ ਦੇ ਵਿੱਚ ਵਰਲਡ ਵਾਰ ਚੱਲ ਰਹੀ, ਠੀਕ ਹੈ। ਜਿਸ ਵਜ੍ਹਾ ਕਰਕੇ ਬ੍ਰਿਟਿਸ਼ਰਸ ਕੀ ਚਾਹੁੰਦੇ ਕਿ ਇੰਡੀਆ ਦੀ ਆਰਮੀ ਵੀ ਪਾਰਟੀਸਪੇਟ ਕਰੇ ਸਾਡੇ, ਠੀਕ ਹੈ, ਸਾਡੇ ਨਾਲ, ਜਿਸ ਵਜ੍ਹਾ ਕਰਕੇ ਉਹ ਕਾਫੀ ਆਫਰ ਵਗੈਰਾ ਭੇਜ ਰਹੇ ਇੰਡੀਆ ਨੂੰ। ਹਾਂਜੀ,
ਫਾਈਨਲੀ ਅਗਰ ਅਸੀਂ ਦੇਖੀਏ 1946 ਦੇ ਵਿੱਚ ਸਾਡੇ ਕੋਲ ਕੀ ਹੈ, ਕੈਬਨਿਟ ਮਿਸ਼ਨ ਆਇਆ। ਹਾਂਜੀ, ਜਿਨ੍ਹਾਂ ਦੇ ਮੇਨ ਅਗਵਾਈ ਕੌਣ ਕਰ ਰਹੇ ਸਾਡੇ ਕੋਲ, ਸਟੈਫਰਡ ਕ੍ਰਿਪਸ, ਉਹੀ ਕ੍ਰਿਪਸ ਮਿਸ਼ਨ ਵਾਲੇ। ਨੈਕਸਟ ਲੋਰਡ ਬੈਂਥਿਕ ਲੋਰੈਂਸ ਐਂਡ AB ਅਲੈਗਜ਼ੈਂਡਰ। ਠੀਕ ਹੈ, ਤਿੰਨੋਂ ਪਰਸਨੈਲਿਟੀਜ਼ ਨੂੰ ਯਾਦ ਰੱਖਣਾ। ਇਹ ਕੀ ਹੋਇਆ ਕੈਬਨਿਟ ਮਿਸ਼ਨ ਦੇ ਵਿੱਚ 1946 ਦੇ ਵਿੱਚ। ਠੀਕ ਹੈ, ਇਹਨਾਂ ਨੇ ਕੀ ਕਿਹਾ ਸੀ, ਫਸਟ ਟਾਈਮ ਗਿਵ ਦੀ ਪਰਮਿਸ਼ਨ ਟੂ ਕੌਂਸਟੀਟਿਊਸ਼ਨ ਆਫ ਇੰਡੀਆ, ਕਿ ਇਹਨਾਂ ਨੇ ਪਰਮਿਸ਼ਨ ਦਿੱਤੀ ਕਿ ਤੁਸੀਂ ਆਪਣਾ ਕੌਂਸਟੀਟਿਊਸ਼ਨ ਬਣਾ ਲਓ, ਅਗਰ ਅਸੀਂ ਜੰਗ ਜਿੱਤ ਗਏ ਤਾਂ ਅਸੀਂ ਤੁਹਾਨੂੰ ਆਜ਼ਾਦੀ ਦੇ ਦਾਂਗੇ। ਠੀਕ ਹੈ, ਹਾਂਜੀ। ਉਸ ਤੋਂ ਬਾਅਦ ਜਦੋਂ ਸਾਡੀ ਕੰਪਲੀਟ ਹੋਈ ਹੈ 1945 ਦੇ ਵਿੱਚ ਸਾਡੇ ਕੋਲ ਵਰਲਡ ਵਾਰ ਖਤਮ ਹੋ ਗਈ। ਠੀਕ ਹੈ, ਬ੍ਰਿਟਿਸ਼ਰਸ ਨੇ ਕੀ ਕੀਤਾ ਸੀ, ਹਾਂਜੀ, ਦ ਗਵਰਨਮੈਂਟ ਆਫ ਇੰਡੀਆ ਐਕਟ ਹੈ ਸਾਡੇ ਕੋਲ 1947 ਵਾਲਾ। ਠੀਕ ਹੈ, ਗਵਰਨਮੈਂਟ ਆਫ ਇੰਡੀਆ ਐਕਟ 1947 ਸਾਨੂੰ ਕੀ ਕਹਿੰਦਾ, ਇਟ ਐਂਡਡ ਦੀ ਬ੍ਰਿਟਿਸ਼ ਰੂਲ ਇਨ ਇੰਡੀਆ ਐਂਡ ਡਿਕਲੇਅਰ ਇੰਡੀਆ ਐਜ਼ ਇੰਡੀਪੈਂਡੈਂਟ ਐਂਡ ਸੋਵਰੀਨ ਸਟੇਟ। ਠੀਕ ਹੈ, ਇਹ ਲਾਈਨ ਕਦੋਂ ਬੋਲੀ ਗਈ ਸੀ, 15 ਅਗਸਤ 1947 ਵਿੱਚ। ਠੀਕ ਹੈ, ਹਾਂਜੀ। ਹੋਰ ਇਸ ਤੋਂ ਇਲਾਵਾ ਮੇਨ ਪਰਸਨੈਲਿਟੀ ਸਾਡੇ ਕੋਲ ਮੋਸਟ ਇੰਪੋਰਟੈਂਟ ਸਰ ਰੈਡਕਲਿਫ, ਇਹਨਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਠੀਕ ਹੈ, ਇਹਨਾਂ ਨੇ ਕੀ ਕਿਹਾ ਸੀ, ਕਿ ਚੇਅਰਮੈਨਸ਼ਿਪ ਹੀ ਸਾਡੇ ਕੋਲ ਰੈਡਕਲਿਫ ਲਾਈਨ। ਠੀਕ ਹੈ, ਤੁਸੀਂ ਯਾਦ ਕਰੋ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਬਾਉਂਡਰੀ ਹੈਗੀ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਸਰ ਰੈਡਕਲਿਫ ਲਾਈਨ ਬੋਲਦੇ ਹਾਂ। ਠੀਕ ਹੈ, ਕਿ ਇਹਨਾਂ ਨੇ ਪਾਰਟੀਸ਼ਨ ਕੀਤੀ ਸੀ ਇੰਡੀਆ ਅਤੇ ਪਾਕਿਸਤਾਨ ਦੀ। ਠੀਕ ਹੈ, ਹਾਂਜੀ। ਨੈਕਸਟ ਹੈਗਾ ਸਾਡੇ ਕੋਲ ਮੇਕਿੰਗ ਆਫ ਦੀ ਕੌਂਸਟੀਟਿਊਸ਼ਨ, ਇਹ ਅਸੀਂ ਨੈਕਸਟ ਪਾਰਟ ਵਿੱਚ ਦੇਖਾਂਗੇ। ਅੱਜ ਲਈ ਥੈਂਕ ਯੂ।